ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੇ ਨਾਲ ਜੁੜੀਆਂ ਖਾਸ ਅਪਡੇਟ। ਸਭ ਤੋਂ ਪਹਿਲਾਂ ਰੁਕ ਕਰਾਂਗੇ ਪੰਜਾਬ ਦੇ ਵਿੱਚ ਚਿੰਤਾਜਨਕ ਸਥਿਤੀ ਬਣੀ ਹੈ ਕਰੋਨਾ ਦੀ ਮਹਾਮਾਰੀ ਦੀ। ਕਿਹੋ ਜਿਹੇ ਹਾਲਾਤ ਨੇ, ਮੌਜੂਦਾ ਆંકੜੇ ਕੀ ਨੇ ਪੰਜਾਬ ਦੇ ਵਿੱਚੋਂ? ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਤੋਂ ਆંકੜੇ ਜ਼ਰੂਰ ਸੁਣਦੇ ਹਾਂ। देखो, कल 15 मार्च ਨੂੰ ਵੀ ਗਗਨ ਪੰਜਾਬ 'ਚ 1843 ਕੇਸ ਆਏ ਨੇ ਪੋਜ਼ਿਟਿਵ। ਸੋ ਇਹ ਬਹੁਤ ਵੱਡੀ ਗਿਣਤੀ ਹੈ, ਇਹ ਛੋਟੀ ਗਿਣਤੀ ਨਹੀਂ ਹੈ ਗਗਨ। ਸਾਨੂੰ ਚਿੰਤਿਤ ਹੋਣ ਦੀ ਜ਼ਰੂਰਤ ਹੈ ਸਭ ਨੂੰ, ਪਰ ਚਿੰਤਿਤ ਹੋ ਕੇ ਅਸੀਂ ਸਾਵਧਾਨੀ ਵਰਤਣੀ ਹੈ। ਸਾਰਿਆਂ ਨੇ ਬਾਹਰ ਨਿਕਲਣ ਲੱਗੇ ਮਾਸਕ ਪਾਉਣੇ ਹੈ ਔਰ ਪੂਰੀਆਂ ਸਾਵਧਾਨੀਆਂ ਵਰਤਣੀਆਂ ਨੇ। ਕਿਸੇ ਨੂੰ ਖੰਘ ਹੈ, ਜ਼ੁਕਾਮ ਹੈ ਤਾਂ ਆਪਣਾ ਧਿਆਨ ਰੱਖੋ। ਲੁਧਿਆਣਾ 'ਚ 226 ਪੋਜ਼ਿਟਿਵ ਕੇਸ, ਜਲੰਧਰ 'ਚ 372, ਇਹ ਸਾਰੇ 15 ਮਾਰਚ ਦੇ ਨੇ। ਪਟਿਆਲਾ 'ਚ 121, ਮੋਹਾਲੀ 'ਚ 164, ਅੰਮ੍ਰਿਤਸਰ 'ਚ 147, ਗੁਰਦਾਸਪੁਰ 'ਚ 87, ਬਠਿੰਡਾ 'ਚ 34, ਹੁਸ਼ਿਆਰਪੁਰ 'ਚ 238, ਫਿਰੋਜ਼ਪੁਰ 'ਚ 11 ਪੋਜ਼ਿਟਿਵ ਕੇਸ, ਪਠਾਨਕੋਟ 'ਚ 13, ਸੰਗਰੂਰ 'ਚ 35 ਪੋਜ਼ਿਟਿਵ ਕੇਸ, ਕਪੂਰਥਲਾ 'ਚ 92 ਪੋਜ਼ਿਟਿਵ ਕੇਸ, ਫਰੀਦਕੋਟ 'ਚ 23 ਪੋਜ਼ਿਟਿਵ ਕੇਸ, ਮੁਕਤਸਰ 'ਚ 10, ਫਾਜ਼ਿਲਕਾ 'ਚ 1 ਪੋਜ਼ਿਟਿਵ ਕੇਸ, ਮੋਗਾ 'ਚ 26, ਰੋਪੜ 'ਚ 43, ਫਤਿਹਗੜ੍ਹ ਸਾਹਿਬ 13, ਬਰਨਾਲਾ 5, ਤਰਨਤਾਰਨ 6, ਸ਼ਹੀਦ ਭਗਤ ਸਿੰਘ ਨਗਰ 164 ਤੇ ਮਾਨਸਾ 'ਚ 12। ਸੋ ਇਹ 1843 ਜਿਹੜੇ ਨੇ ਕੇਸ ਪੋਜ਼ਿਟਿਵ ਇਹ ਜਿਹੜੇ ਆਏ ਨੇ। ਔਰ ਇਹਨਾਂ ਤੋਂ ਜ਼ਰੂਰ ਸਾਨੂੰ ਇਹ 15 ਮਾਰਚ ਦਾ ਜਿਹੜਾ ਹੈਗਾ ਇਹ ਅੰਕੜਾ ਹੈਗਾ ਔਰ ਜ਼ਰੂਰ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਕਿ ਇਹ ਕੇਸ ਨੇ ਜਿਹੜੇ ਨਾ ਵਧਣ। 1843 ਕੇਸ 15 ਨੂੰ ਆਏ ਨੇ ਔਰ 14 ਤਰੀਕ ਨੂੰ 1300 ਤੋਂ ਵੱਧ ਆਏ ਸੀ ਔਰ 15 ਨੂੰ 1843। ਸੋ ਲਗਭਗ 200 ਦਾ ਫਰਕ ਹੈ ਜਿਹੜਾ ਗਗਨ, ਕਰੀਬ 200 ਦਾ ਫਰਕ ਹੈ ਜਿਹੜਾ ਉਹ ਵੱਧ ਗਿਆ। ਸੋ ਬਹੁਤ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਉਧਰ ਗਿੱਦੜਬਾਹਾ ਤੋਂ ਵਿਧਾਇਕ ਨੇ ਰਾਜਾ ਵੜਿੰਗ ਦੇ ਵੱਲੋਂ ਹੁਣ ਇੱਕ ਚਿੱਠੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਗਈ ਆ। ਹਰਦੀਪ ਪੁਰੀ ਨੂੰ ਲਿਖੀ ਇਸ ਚਿੱਠੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕਾਰਵਾਈ ਦੀ ਮੰਗ ਰੱਖੀ ਹੈ ਰਾਜਾ ਵੜਿੰਗ ਦੇ ਵੱਲੋਂ। ਰਾਜਾ ਵੜਿੰਗ ਦੀ ਚਿੱਠੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਇਹ ਚਿੱਠੀ ਰਾਜਾ ਵੜਿੰਗ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਗਈ ਹੈ, ਜਿਸ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਜੇ ਤੱਕ ਕੇਂਦਰੀ ਮੰਤਰੀ ਦੇ ਤੌਰ ਤੇ ਉੱਤੇ ਮਿਲਣ ਵਾਲੀ ਕੋਠੀ ਅਤੇ ਸੁਰੱਖਿਆ ਮਿਲੀ ਹੋਈ ਆ, ਜਿਸ ਨੂੰ ਹਜੇ ਤੱਕ ਵਾਪਸ ਨਹੀਂ ਲਿਆ ਗਿਆ ਤੇ ਉਸ ਨੂੰ ਵਾਪਸ ਕਰਵਾਉਣ ਦੇ ਲਈ ਕੋਈ ਵੀ ਨੋਟੀਫਿਕੇਸ਼ਨ ਕੀ ਹਜੇ ਤੱਕ ਨਹੀਂ ਕੀਤਾ ਗਿਆ। ਅਜਿਹੇ ਸਵਾਲ ਰਾਜਾ ਵੜਿੰਗ ਨੇ ਚੁੱਕੇ ਨੇ ਇਸ ਚਿੱਠੀ ਦੇ ਵਿੱਚ ਤੇ ਮੰਗ ਕੀਤੀ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀਆਂ ਜਾ ਰਹੀਆਂ ਨਾ ਸਹੂਲਤਾਂ ਨੂੰ ਵਾਪਸ ਲਿਆ ਜਾਵੇ। ਤੇ ਉਧਰ ਇਸ ਚਿੱਠੀ ਦੇ ਵਿੱਚ ਰਾਜਾ ਵੜਿੰਗ ਨੇ ਹੋਰ ਵੀ ਜ਼ਿਕਰ ਕੀਤੇ ਨੇ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕੁਝ ਮਹੀਨੇ ਪਹਿਲਾਂ ਤੁਸੀਂ ਪ੍ਰਿਯੰਕਾ ਗਾਂਧੀ ਦੇ ਕੋਲੋਂ ਵੀ ਇਹ ਕਹਿ ਕੇ ਬੰਗਲਾ ਖਾਲੀ ਕਰਵਾਇਆ ਸੀ ਕਿ ਉਹ ਸੇਵਾਵਾਂ ਨਹੀਂ ਲੈ ਸਕਦੀ ਅਤੇ ਪ੍ਰਿਯੰਕਾ ਗਾਂਧੀ ਨੇ ਸਰਕਾਰੀ ਘਰ ਖਾਲੀ ਵੀ ਕਰ ਦਿੱਤਾ ਸੀ, ਪਰ 6 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਤੁਹਾਡੇ ਵਿਭਾਗ ਦੇ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਰਹੀ ਸੁਰੱਖਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਮਿਲਿਆ ਹੋਇਆ ਬੰਗਲਾ ਖਾਲੀ ਕਰਵਾਉਣ ਦੇ ਲਈ ਕੀ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇਸ ਨੂੰ ਲੈ ਕੇ ਉਹਨਾਂ ਨੇ ਚਿੱਠੀ ਲਿਖੀ ਹੈ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਹਰਦੀਪ ਪੁਰੀ ਨੂੰ ਲਿਖੀ ਗਈ ਇਸ ਚਿੱਠੀ ਦੇ ਵਿੱਚ ਖਾਸ ਤੌਰ ਦੇ ਉੱਤੇ ਨਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਜ਼ਿਕਰ ਜ਼ਰੂਰ ਕੀਤਾ ਹੈ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਜ਼ਰੂਰ ਲਵੋਗੇ ਤੇ ਆਪਣੇ ਘਰ ਦੇ ਬਾਹਰ ਪ੍ਰਦਰਸ਼ਨ ਲਈ ਮੈਨੂੰ ਮਜਬੂਰ ਨਹੀਂ ਕਰੋਗੇ। ਭਾਵ ਕਿ ਉਹਨਾਂ ਨੇ ਹੁਣ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਕੋਈ ਐਕਸ਼ਨ ਇਸ ਚਿੱਠੀ ਤੋਂ ਬਾਅਦ ਨਾ ਕੀਤਾ ਗਿਆ ਤਾਂ 15 ਦਿਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਰਦੀਪ ਪੁਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਸੋ ਇਹ ਮਾਮਲਾ ਵੀ ਹੁਣ ਲਗਾਤਾਰ ਸਿਆਸੀ ਹੁੰਦਾ ਜਾ ਰਿਹਾ। ਇਸ ਮਾਮਲੇ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦਾ ਵੀ ਪੱਖ ਜਾਣਾਂਗੇ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਹੜੀ ਇਹ ਚਿੱਠੀ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਰਾਜਾ ਵੜਿੰਗ ਨੇ ਲਿਖੀ ਹੈ? ਦੇਖੋ, ਚਿੱਠੀ ਮੇਰੇ ਕੋਲੇ ਹੈ। ਇਹ ਰਾਜਾ ਵੜਿੰਗ ਨੇ ਅੰਗਰੇਜ਼ੀ 'ਚ ਚਿੱਠੀ ਲਿਖੀ ਹੈ। ਅੰਗਰੇਜ਼ੀ ਚੰਗੀ ਹੈ ਰਾਜਾ ਵੜਿੰਗ ਦੀ। ਚਿੱਠੀ ਪੜ੍ਹ ਕੇ ਤਾਂ ਮੈਂ ਮੰਨ ਸਕਦਾ ਕਿ ਰਾਜਾ ਵੜਿੰਗ ਉਹਨਾਂ ਦੀ ਅੰਗਰੇਜ਼ੀ ਬੜੀ ਚੰਗੀ ਹੈ। ਗਿੱਦੜਬਾਹਾ ਦੇ MLA ਹੈ ਅਮਰਿੰਦਰ ਸਿੰਘ ਰਾਜਾ ਵੜਿੰਗ। ਸੋ ਇਹਨਾਂ ਨੇ ਲਿਖੀ ਹੈ, ਭਾਰਤ ਸਰਕਾਰ ਨੂੰ ਕਾਪੀ ਭੇਜੀ ਹੈ। ਯੂਨੀਅਨ ਮਿਨਿਸਟਰ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਹਰਦੀਪ ਪੁਰੀ ਸਾਹਿਬ। ਸੋ ਉਹਨਾਂ ਨੂੰ ਇਹ ਚਿੱਠੀ ਭੇਜੀ ਹੈ। ਜੈ ਹਿੰਦ ਲਿਖ ਕੇ ਉਹਨਾਂ ਨੇ ਆਪਣੇ ਸ਼ਬਦ ਸ਼ੁਰੂ ਕੀਤੇ ਨੇ ਔਰ ਰਾਜਾ ਵੜਿੰਗ ਨੇ ਇਹ ਕਿਹਾ ਕਿ ਹਰਦੀਪ ਪੁਰੀ ਸਾਹਿਬ ਲਗਭਗ 6 ਮਹੀਨੇ ਹੋ ਗਏ ਨੇ, ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਤੁਹਾਡੇ ਨਾਲ ਅਲਾਇੰਸ ਵੀ ਉਹਨਾਂ ਦੇ ਅਕਾਲੀ ਦਲ ਨੇ ਤੋੜ ਲਿਆ ਸੀ, ਪਰ ਹਜੇ ਤੱਕ ਕੋਠੀ ਕਿਉਂ ਨਹੀਂ ਖਾਲੀ ਕਰਾਈ ਗਈ ਹਰਸਿਮਰਤ ਕੌਰ ਬਾਦਲ ਦੀ ਤੇ ਉਹਨਾਂ ਨੂੰ ਸਿਕਿਉਰਿਟੀ, ਬੰਗਲਾ ਤੇ ਫੈਸਿਲਿਟੀਆਂ ਨੇ ਜਿਹੜੀਆਂ ਉਹ ਯੂਨੀਅਨ ਕੈਬਨਿਟ ਮਿਨਿਸਟਰ ਦੀਆਂ ਉਹ ਮਿਲ ਰਹੀਆਂ ਨੇ। ਇਹ ਰਾਜਾ ਵੜਿੰਗ ਨੇ ਕਿਹਾ। ਹਾਲਾਂਕਿ ਇਹ ਪਤਾ ਨਹੀਂ ਵੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਹੁਣ ਮਿਲ ਰਹੀਆਂ ਨੇ ਜਾਂ ਉਹ ਰੁਕ ਗਈਆਂ ਆਪਣੇ ਆਪ।
ਕਿ ਕੋਠੀ ਹਰਸਿਮਰਤ ਬਾਦਲ ਨੇ ਛੱਡਤੀ ਜਾਂ ਨਹੀਂ ਛੱਡਤੀ, ਇਹ ਨਹੀਂ ਪਤਾ। ਇਹ ਤਾਂ ਹਰਸਿਮਰਤ ਕੌਰ ਬਾਦਲ ਜਦੋਂ ਦੱਸਣਗੇ ਫੇਰ ਹੀ ਪਤਾ ਲੱਗੂਗਾ ਨਾ ਵੀ ਕੋਠੀ ਉਹਨਾਂ ਕੋਲੇ ਹੈ ਜਾਂ ਨਹੀਂ ਹੈ, ਕਿਉਂਕਿ ਆਪਾਂ ਕਿਹੜਾ ਉੱਥੇ ਜਾ ਕੇ ਦੇਖਦੇ ਹਾਂ ਵੀ ਕੀ ਅਕਾਲੀ ਦਲ ਵਾਲੇ ਰਹਿੰਦੇ ਆ ਜਾਂ ਨਹੀਂ ਰਹਿੰਦੇ। ਹੁਣ ਰਾਜਾ ਵੜਿੰਗ ਨੇ ਚਿੱਠੀ ਲਿਖੀ ਹੈ, ਰਾਜਾ ਵੜਿੰਗ ਨੇ ਆਪਣੇ ਹਿਸਾਬ ਦੇ ਨਾਲ ਪੁੱਛ ਪੜਤਾਲ ਕੀਤੀ ਹੋਣੀ ਹੈ, ਪਰ ਸਰਕਾਰ ਦਾ ਵੀ ਜਵਾਬ ਕੋਈ ਨਹੀਂ ਆਇਆ। ਦੇਖੋ, ਜੇ ਤਾਂ ਕੋਠੀ ਨਹੀਂ ਛੱਡੀ, 6 ਮਹੀਨੇ ਹੋ ਗਏ, ਜੇ ਤਾਂ ਨਿਜਮ ਨੇ ਫਿਰ ਤਾਂ ਚਾਹੇ 2 ਸਾਲ ਰੱਖਣ, ਪਰ ਗੱਲ ਨੈਤਿਕਤਾ ਤੇ ਠੀਕ ਨਹੀਂ ਟੁੱਕਦੀ। ਕਿਉਂਕਿ ਮੈਂ ਅੱਗੇ ਵੀ ਕਿਹਾ, ਅਕਾਲੀ ਦਲ ਵਾਲੇ ਤਾਂ ਕਹਿੰਦੇ ਹਰਸਿਮਰਤ ਕੌਰ ਬਾਦਲ ਨੇ ਕੁਰਬਾਨੀ ਦੇਤੀ ਅਸਤੀਫਾ ਦੇ ਕੇ, ਤੇ ਜੇ ਕੋਠੀ ਨਾ ਛੱਡੀ ਤੇ ਸਰਕਾਰ ਦਾ ਵਿਰੋਧ ਕਰਨਾ, ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਤੇ ਕੋਠੀ ਸਰਕਾਰੀ ਚ ਰਹਿਣਾ, ਥੋੜੀ ਜਿਹੀ ਨੈਤਿਕਤਾ ਦੀ ਗੱਲ ਆ ਜਾਂਦੀ ਹੈ। ਗੈਰ ਕਾਨੂੰਨੀ ਕੁਛ ਨਹੀਂ ਇਹਦੇ ਚ, ਨੈਤਿਕਤਾ ਦੀ ਗੱਲ ਆ ਜਾਂਦੀ ਆ। ਉਂਝ ਗਗਨ ਸਾਡੇ ਲੀਡਰ ਉਨੀ ਦੇਰ ਕੋਠੀਆਂ ਛੱਡਦੇ ਨਹੀਂ ਕਈ, ਜਿੰਨੀ ਦੇਰ ਉਹਨਾਂ ਨੂੰ ਕਈ ਵਾਰੀ ਨੋਟਿਸ ਨਹੀਂ ਚਲੇ ਜਾਂਦੇ। ਜੀ ਡੇਲਾ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਉਧਰ ਰੁਕ ਕਰਾਂਗੇ ਭਗਵੰਤ ਮਾਨ ਦੇ ਵੱਲ। ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਹੈ ਤੇ 21 ਮਾਰਚ ਨੂੰ ਹੋਣ ਵਾਲੀ ਉਹਨਾਂ ਦੀ ਬਾਗਾ ਪੁਰਾਣਾ ਦੇ ਵਿੱਚ ਵੱਡੀ ਕਿਸਾਨ ਰੈਲੀ ਨੂੰ ਕਿਹਾ ਹੈ ਕਿ ਇਸ ਦੇ ਵਿੱਚ ਉਹ ਪੰਜਾਬੀਆਂ ਦਾ ਰੋਹ ਵਿਖਾਉਣਗੇ ਅਤੇ ਪੰਜਾਬੀਆਂ ਦਾ ਇਕੱਠ ਵਿਖਾਉਣਗੇ। ਤੇ ਨਾਲ ਹੀ ਭਗਵੰਤ ਮਾਨ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਪੰਜਾਬੀ ਹੋਵੇਗਾ। ਹੋਰ ਕੀ ਕੁਝ ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ, ਉਹ ਸੁਣਦੇ ਹਾਂ। ਬਾਗਾ ਪੁਰਾਣਾ ਦੇ ਵਿੱਚ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ਕਰਨ ਜਾ ਰਹੇ ਹਾਂ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਬਾਗਾ ਪੁਰਾਣਾ ਵਿਖੇ ਪਹੁੰਚਣਗੇ। ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਤੇ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਉਹ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਰਹੇ ਨੇ। ਉਹਨਾਂ ਦੇ ਪਹੁੰਚਣ ਦੇ 2 ਵੱਡੇ ਫਾਇਦੇ ਹੋ ਜਾਂਦੇ ਆ। ਇੱਕ ਤਾਂ ਸਾਰਾ ਮੀਡੀਆ ਜਿਹੜਾ ਉਹ ਨਾਲ ਆਉਂਦਾ ਉਹਨਾਂ ਦੇ, ਔਰ ਉਹਨਾਂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਜਾਂਦਾ। ਤੇ ਦੂਜਾ, ਜਦੋਂ ਵੀ ਅਰਵਿੰਦ ਕੇਜਰੀਵਾਲ ਕੁਝ ਬੋਲਦੇ ਨੇ ਤਾਂ ਨਰਿੰਦਰ ਮੋਦੀ ਜ਼ਰੂਰ ਸੁਣਦੇ ਆ, ਹੋਰ ਕਿਸੇ ਨੂੰ ਸੁਣਨ ਨਾ ਸੁਣਨ, ਉਹ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਸੁਣਦੇ ਆ, ਕਿਉਂਕਿ ਇੱਕ ਅਰਵਿੰਦ ਕੇਜਰੀਵਾਲ ਹੀ ਐਸਾ ਵਿਅਕਤੀ ਹੈ ਜਿਹਨੇ 3 ਵਾਰੀ ਮੋਦੀ ਨੂੰ ਦਿੱਲੀ ਦੇ ਵਿੱਚ ਹਰਾਇਆ ਹੋਇਆ। ਇਸ ਕਰਕੇ ਉਹਨਾਂ ਦੀ ਗੱਲ ਨੂੰ ਉਹ ਸੁਣਦੇ ਹੈ। ਸੋ ਅਸੀਂ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਵਾਂਗੇ, ਔਰ ਉਹਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਤੁਹਾਡੇ ਕੋਲੇ ਆਈਆਂ ਹੋਣੀਆਂ ਰਿਪੋਰਟਾਂ। ਮੈਂ ਜੈਤੋਂ ਦੇ ਪਿੰਡਾਂ 'ਚ, ਕੋਟਕਪੂਰੇ ਦੇ ਪਿੰਡਾਂ 'ਚ, ਬਾਗੇ ਪੁਰਾਣੇ ਦੇ, ਨਿਹਾਲ ਸਿੰਘ ਵਾਲੇ ਦੇ, ਔਰ ਮਾਨਸਾ ਦੇ ਸਰਦੂਲਗੜ੍ਹ ਦੇ ਪਿੰਡਾਂ 'ਚ ਜਾ ਕੇ ਆਇਆ। ਬਹੁਤ ਭਾਰੀ ਗਿਣਤੀ 'ਚ ਲੋਕ ਇੱਕ 24 ਘੰਟਿਆਂ ਦੇ ਨੋਟਿਸ ਤੇ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਆਪ ਮੁਹਾਰੇ। ਇੱਥੋਂ ਇਹ ਸੰਕੇਤ ਹੈ ਕਿ ਲੋਕ ਜਿਹੜੇ ਇਹਨਾਂ ਦੋਨਾਂ ਤੋਂ ਅੱਕੇ ਪਏ ਨੇ। ਇੱਕ ਇਹੋ ਜਿਹੇ ਮਾਹੌਲ 'ਚ ਜਦੋਂ ਲੋਕ ਜਿਹੜੇ ਨੇ ਉਹ ਲੀਡਰਾਂ ਨੂੰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੜਨ ਤੋਂ ਰੋਕ ਰਹੇ ਨੇ, ਇਤਰਾਜ਼ ਕਰ ਰਹੇ ਨੇ ਉਹਨਾਂ ਦੇ ਆਉਣ ਤੇ ਉੱਥੇ 24 ਘੰਟਿਆਂ ਦੇ ਨੋਟਿਸ ਤੇ ਇੰਨੇ ਵੱਡੇ ਇਕੱਠ ਹੋਣ ਦਾ ਮਤਲਬ ਹੈ ਕਿ ਲੋਕ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਰੱਖਦੇ ਨੇ, ਕੁਝ ਨਵੀਂ ਕਹਾਣੀ ਲਿਖਣ ਦੀ ਜਿਹੜੀ ਹੈ ਉਹਨਾਂ ਦੀ ਉਮੀਦ ਹੈਗੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਤੇ 2 ਦਿਨਾਂ ਦੇ ਵਿੱਚ ਆਪਣੇ 2022 ਦੇ 2 ਉਮੀਦਵਾਰ ਚਿਹਰੇ ਐਲਾਨ ਦਿੱਤੇ ਨੇ, ਜਿਸ ਦੇ ਵਿੱਚੋਂ ਇੱਕ ਸੁਖਵੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਐਲਾਨਿਆ ਜਾ ਚੁੱਕਿਆ, ਜਿਸ ਨੂੰ ਸੁਖਵੀਰ ਸਿੰਘ ਬਾਦਲ ਨੇ ਖੁਦ ਇੱਕ ਵੱਡੀ ਮਹਾਰੈਲੀ ਦੇ ਵਿੱਚ ਐਲਾਨਿਆ। ਤੇ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਰੇੜਕੇ ਦੇ ਵਿੱਚ ਚੱਲ ਰਹੀ ਸੀਟ ਦੇ ਉੱਤੇ ਵੀ, ਖੇਮਕਰਨ ਸੀਟ ਦੇ ਉੱਤੇ ਵੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਵਿਰਸਾ ਸਿੰਘ ਵਲਟੋਹਾ ਉੱਥੋਂ ਉਹਨਾਂ ਦੇ ਉਮੀਦਵਾਰ ਹੋਣਗੇ। ਇਸ ਨੂੰ ਲੈ ਕੇ ਹੁਣ ਸਿਆਸੀ ਬਿਆਨ ਵੀ, ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਨੇ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕੀਤਾ। ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਉਹ ਅੰਸ਼ ਸੁਣਾਉਂਦੇ ਆ ਵੀਡੀਓ ਦਾ, ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਵਿਧਾਇਕ ਦੇ ਤੌਰ ਦੇ ਉੱਤੇ ਉਮੀਦਵਾਰ ਐਲਾਨਿਆ। ਉਹਨਾਂ ਦਾ ਕਹਿਣਾ ਹੈ ਕਿ ਖੇਮਕਰਨ ਤੋਂ ਉਹਨਾਂ ਦੇ MLA ਦੇ ਉਮੀਦਵਾਰ ਹੋਣਗੇ ਵਿਰਸਾ ਸਿੰਘ ਵਲਟੋਹਾ। ਅੱਛਾ, ਇੱਕ ਦੱਸਿਓ ਮੈਨੂੰ ਇੱਕ ਗੱਲ ਦੱਸਿਓ ਯਾਰ, ਇੱਕ ਮਿੰਟ। ਖੇਮਕਰਨ ਹਲਕੇ ਦਾ ਆਉਣ ਵਾਲੇ ਇਲੈਕਸ਼ਨ 'ਚ ਲੜਨ ਵਾਸਤੇ ਕਿਹੜਾ ਉਮੀਦਵਾਰ ਤੁਹਾਨੂੰ ਚਾਹੀਦਾ? ਆਵਾਜ਼ ਨਹੀਂ ਆ ਰਹੀ। ਨਹੀਂ ਯਾਰ, ਮੈਨੂੰ ਹੋਰ ਕੋਈ ਸਮਝੀ ਜਾਂਦਾ। ਮੈਂ ਗੌਰਵ ਤਾਂ ਨਹੀਂ। ਅੱਜ ਆਪਣੀ ਪੰਜਾਬ ਮੰਗ ਦਾ ਜਵਾਬ ਦੀ ਦੂਜੀ ਰੈਲੀ ਹੈ। ਪਹਿਲਾ ਉਮੀਦਵਾਰ ਤਾਂ ਮੈਂ ਆਪਣੇ ਆਪ ਨੂੰ ਹੀ ਕਰਤਾ ਸੀ। तो ਅੱਜ मैं ऐलान करदा कि आने वाली इलेक्शन विच खेमकरण तो श्रोमणी अकाली दल दा उम्मीदवार विरसा सिंह वलटोहा
ਤੁਹਾਡਾ ਧੜਾ ਸ਼੍ਰੋਮਣੀ ਅਕਾਲੀ ਦਲ ਹੈ, ਤੁਹਾਡੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਅੱਜ ਜੋ ਤੁਹਾਨੂੰ ਤਾਕਤ ਮਿਲੀ ਹੈ, ਜੋ ਤੁਹਾਡੀ ਚੌਧਰ ਬਣੀ ਹੈ, ਜੇ ਤੁਹਾਨੂੰ ਮਾਣ ਦਿੱਤਾ ਹੈ, ਜੇ ਅੱਜ ਤੁਸੀਂ ਸਟੇਜਾਂ ਤੇ ਬੈਠੇ ਹੋ, ਸ਼੍ਰੋਮਣੀ ਅਕਾਲੀ ਦਲ ਕਰਕੇ ਬੈਠੇ ਹੋ। ਸ਼੍ਰੋਮਣੀ ਅਕਾਲੀ ਦਲ ਅੱਜ ਆ ਬੈਠੇ ਇਹਨਾਂ ਦੀ ਜਾਇਦਾਦ ਹੈ। ਆ ਜ਼ਿੰਮੇਵਾਰੀ ਆਪਣੀਆਂ ਸੰਭਾਲਣ ਦੀ ਜਾਇਦਾਦ, ਆਪਣਾ ਫਰਜ਼ ਹੈ ਕਿ ਪੰਜਾਬ ਵਿੱਚ ਤਰੱਕੀ ਲਿਆਉਣੀ। ਗੁਰੂ ਸਾਹਿਬ ਨੇ ਆਪਾਂ ਨੂੰ ਕਿਉਂ ਆਦੇਸ਼ ਦਿੱਤਾ ਸੀ? ਮੀਰੀ ਪੀਰੀ ਦਾ ਆਦੇਸ਼ ਕਿਉਂ ਦਿੱਤਾ ਸੀ? ਕਿਉਂਕਿ ਪਤਾ ਸੀ ਕਿ ਕੌਮ ਉਹ ਅੱਗੇ ਵਧਦੀ ਹੈ ਜਿਹਦੇ ਕੋਲੇ ਸਿਆਸੀ ਤਾਕਤ ਵੀ ਹੋਏ। ਸਿਆਸੀ ਤਾਕਤ ਲਿਆਉਣੀ ਬਹੁਤ ਜ਼ਰੂਰੀ ਹੈ, ਤਾਂ ਹੀ ਆਪਣੀ ਕੌਮ ਦੀ ਤਰੱਕੀ ਹੋਊਗੀ, ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ। ਇਸ ਕਰਕੇ ਹੁਣ ਧੜੇਬੰਦੀ ਛੱਡ ਦਿਓ। ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਫੈਸਲਾ ਕਰੇ ਉਹਨੂੰ ਮੰਨਣਾ, ਹੋਰ ਕਿਸੇ ਨੂੰ ਨਹੀਂ ਮੰਨਣਾ। ਜੇ ਸ਼੍ਰੋਮਣੀ ਅਕਾਲੀ ਦਲ ਤਗੜਾ, ਆਪਾਂ ਤਗੜੇ, ਪੰਜਾਬ ਤਗੜਾ ਹੈ। ਉਧਰ ਅਕਾਲੀ ਦਲ ਦੇ ਵੱਲੋਂ 2 ਦਿਨਾਂ ਦੇ ਵਿੱਚ ਕੀਤੀ ਗਈ ਇਸ ਵੱਡੀ ਕਾਰਵਾਈ ਦੇ ਉੱਤੇ ਕਾਂਗਰਸ ਦੇ ਵਿਧਾਇਕ ਅਤੇ ਸੰਸਦ ਦੋਹਾਂ ਦੇ ਵੱਲੋਂ ਪ੍ਰਤੀਕਰਮ ਆਇਆ। ਕਾਂਗਰਸ ਦੇ ਵਿਧਾਇਕ ਨੇ ਕੁਲਵੀਰ ਜੀਰਾ ਅਤੇ ਅੰਮ੍ਰਿਤਸਰ ਤੋਂ ਸੰਸਦ ਨੇ ਗੁਰਜੀਤ ਔਜਲਾ, ਦੋਹਾਂ ਦੇ ਵੱਲੋਂ ਅਕਾਲੀ ਦਲ ਨੂੰ ਘੇਰਿਆ ਗਿਆ। ਕੀ ਕੁਝ ਕਹਿ ਰਹੇ ਨੇ ਵਿਧਾਇਕ ਅਤੇ ਸੰਸਦ, ਉਹ ਸੁਣਦੇ ਆ। ਅੱਜ ਸੁਖਬੀਰ ਬਾਦਲ ਜੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਬਲਟੋਏ ਵਿੱਚ ਟਿਕਟ ਦਾ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਆਪਣੀ ਜਲਾਲਾਬਾਦ ਟਿਕਟ ਦਾ ਐਲਾਨ ਕੀਤਾ ਹੈ, ਮੇਰਾ ਮੰਨਣਾ ਹੈ ਕਿ ਜਿਹੜਾ ਅਕਾਲੀ ਦਲ ਹੈ ਇਹ ਤਕਰੀਬਨ ਖੇਰੂ ਹੋ ਚੁੱਕਾ। ਅੱਜ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ, ਇੱਕ ਬਿਕਰਮ ਮਜੀਠੀਆ ਅਕਾਲੀ ਦਲ ਹੋ ਗਿਆ, ਇੱਕ ਬਾਦਲ ਅਕਾਲੀ ਦਲ ਹੋ ਗਿਆ। ਸੋ 2 ਧੜਿਆਂ 'ਚ ਅਕਾਲੀ ਦਲ ਵੰਡਿਆ ਹੈ ਔਰ ਉਸ ਤੋਂ ਗਾਹ ਅੱਗੇ ਵੱਡੇ ਹੋਰ ਧੜੇ ਬਣ ਜਾ ਰਹੇ ਨੇ। ਕਿਤੇ ਕੋਈ ਕਾਲੋਂ ਦਾ ਬੇਟਾ ਹੈ ਉਹ ਆਪਣੀ ਟਿਕਟ ਅਨਾਉਂਸ ਕਰ ਰਿਹਾ ਆ, ਲੋਧੀ ਨੰਗਲ ਆਪਣੀ ਕਰ ਰਿਹਾ। ਇੱਦਾਂ ਅਨੇਕਾਂ ਜਗ੍ਹਾ ਦੇ ਉੱਤੇ ਟਿਕਟਾਂ ਜਿਹੜੀਆਂ ਨੇ ਇਹ ਆਪਣੀਆਂ ਅਨਾਉਂਸ ਕਰ ਰਹੀਆਂ ਨੇ, ਕਿਉਂਕਿ ਇਹਨਾਂ ਦੀ ਅੰਦਰੂਨੀ ਤੌਰ ਤੇ ਕੋਈ ਆਪਸੀ ਤਾਲਮੇਲ ਨਹੀਂ ਹੈਗਾ, ਕੋਈ ਕੋਰ ਕਮੇਟੀ ਦੀ ਗੱਲ ਨਹੀਂ ਹੈਗੀ। ਸੋ ਇੱਥੋਂ ਇਹ ਬੜਾ ਸਿੱਧ ਹੋ ਗਿਆ ਕਿ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਵਾ ਉਹ ਪੂਰਨ ਤੌਰ ਤੇ ਸਫਾਇਆ ਹੋਣ ਜਾ ਰਿਹਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੱਲ ਚੱਲ ਰਹੀ ਸੀ ਕਾਂਗਰਸ ਪਾਰਟੀ 'ਚ ਆਉਂਦੀ, ਜਿਹੜਾ ਵੀ ਕੋਈ ਗੱਲਬਾਤ ਕਰਨੀ ਚਾਹੁੰਦਾ ਉਹ ਸੀਨੀਅਰ ਕਾਂਗਰਸ ਬੈਠੀ ਹੈ, ਉਹਨਾਂ ਨਾਲ ਆਪਸਾ ਗੱਲਬਾਤ ਹੋਏਗੀ, ਉਹਨਾਂ ਨੇ ਕੋਈ ਇਹੋ ਜਿਹਾ ਡਿਸਾਈਡ ਕਰਨਾ ਹੈ। ਕਿਉਂਕਿ ਵੱਡਾ ਜਿਹੜਾ ਰੋਸ਼ ਹੈ ਉਹ ਕੈਰੋ ਪਰਿਵਾਰ ਦੇ ਵਿੱਚ ਹੈਗਾ ਆ, ਇਹਨਾਂ ਨੂੰ ਲੈ ਕੇ ਸੁਖਬੀਰ ਬਾਦਲ ਦੀਆਂ ਜਿਹੜੀਆਂ ਅਨਾਉਂਸਮੈਂਟਾਂ ਜਾਂ ਬਲਟੋਏ ਨੂੰ ਲੈ ਕੇ। ਸੋ ਇਸ ਵੇਲੇ ਅਕਾਲੀ ਦਾ ਜਿਹੜਾ ਆ ਉਹ ਮੈਂ ਸਮਝਦਾ ਕਿ ਤੀਲਾ ਹੋ ਚੁੱਕਾ ਹੈ। ਇਸ ਗੱਲ ਇਹ ਹੈ ਕਿ ਕੱਲ ਜਲਾਲਾਬਾਦ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਦੀ ਸੀਟ ਅਨਾਉਂਸ ਕੀਤੀ, ਤਾਂ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਨੂੰ ਆਪਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿ ਲੋਕ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ। ਔਰ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਜਿਹੜਾ ਪਾਰਟੀ ਦਾ ਪ੍ਰਧਾਨ ਹੈ, ਇੱਕ ਜਿਹੜਾ ਡਿਪਟੀ ਮੁੱਖ ਮੰਤਰੀ ਰਹਿ ਗਿਆ ਹੋਵੇ ਔਰ ਉਹਨੂੰ ਇੰਨਾ ਲੱਗੇ ਕਿ ਸਾਡਾ ਅਕਾਲੀ ਦਲ ਇੰਨਾ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਕਿ ਅੱਜ ਉਹਨੂੰ ਖੁਦ ਆਪਦੀ ਟਿਕਟ ਜਿਹੜੀ ਕਿ ਉਹਨਾਂ ਨੇ ਆਪਦੀ ਜਲਾਲਾਬਾਦ ਤੋਂ ਟਿਕਟ ਅਨਾਉਂਸ ਕੀਤੀ। ਔਰ ਮੈਂ ਗੱਲ ਕਹਿਣਾ ਕਿ ਲੋਕਾਂ ਦੇ ਨਾਲ ਬੜਾ ਧੋਖਾ ਹੈ। ਪਹਿਲਾਂ ਜਲਾਲਾਬਾਦ ਵਾਲਿਆਂ ਨਾਲ ਧੋਖਾ ਕੀਤਾ, ਪਹਿਲਾਂ ਉਹਨਾਂ ਨੇ ਉੱਥੋਂ ਅਸਤੀਫਾ ਦੇ ਕੇ MP ਦਾ ਇਲੈਕਸ਼ਨ ਲੜਿਆ ਔਰ ਹੁਣ ਫਿਰ ਜਿਹੜੇ ਫਿਰੋਜ਼ਪੁਰ ਦੇ ਲੋਕ ਸਭਾ ਦੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਜਿਵੇਂ ਜਲਾਲਾਬਾਦ ਇਲੈਕਸ਼ਨ ਲੜਦਾ ਸੀ ਇਸੇ ਤਰ੍ਹਾਂ ਮੈਂ ਇਸੇ ਲੋਕ ਸਭਾ ਤੋਂ ਇਲੈਕਸ਼ਨ ਲੜਿਆ ਕਰਾਂਗਾ। ਔਰ ਫਿਰ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਹੁਣ ਜਲਾਲਾਬਾਦ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਸੁਖਬੀਰ ਸਿੰਘ ਨੂੰ ਲੋਕ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਆ। ਉਧਰ ਕਾਂਗਰਸ ਦੇ ਸੀਨੀਅਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਵੀ ਬੀਤੇ ਦਿਨਾਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਕਿਸਾਨ ਮਸਲੇ ਨੂੰ ਚੁੱਕਿਆ ਗਿਆ। ਇਸ ਦਰਮਿਆਨ ਉਹਨਾਂ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਅਤੇ FCI ਦੇ ਜ਼ਰੀਏ ਹੁਣ ਕਿਸਾਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅਜਿਹੇ ਇਲਜ਼ਾਮ ਉਹਨਾਂ ਕੇਂਦਰ ਸਰਕਾਰ ਦੇ ਉੱਤੇ ਲਾਏ ਨੇ। 3-4 ਵੱਡੀਆਂ ਮੰਗਾਂ ਅੱਜ ਮੈਂ ਪਾਰਲੀਮੈਂਟ ਦੇ ਜ਼ਰੀਏ ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਇੱਕ ਬਾਰਡਰ ਦਾ ਸੂਬਾ ਹੈ, ਤੁਹਾਡੇ ਅੰਨਦਾਤਾ ਦਾ ਸੂਬਾ ਹੈ। ਸਾਰਿਆਂ ਨੂੰ ਵੱਧ ਪਿਛਲੇ 60 ਸਾਲਾਂ 'ਚ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੇ ਦੇਸ਼ ਦਾ ਪੇਟ ਪਾਲਣ ਦੇ ਵਿੱਚ ਵੱਡੀ ਆਪਣੀ ਰਹਿਨਮਾਈ ਕੀਤੀ ਹੈ। ਉਸ ਤੋਂ ਬਾਅਦ ਸਾਡੇ ਨੌਜਵਾਨ ਬੱਚੇ ਜਿਹੜੇ ਪੈਰਾਮਿਲਟਰੀ ਫੋਰਸਿਸ, ਆਰਮਡ ਫੋਰਸਿਸ ਵਿੱਚ ਅਗਵਾਈ ਕਰ ਰਹੇ ਨੇ, ਤੇ ਤੁਸੀਂ ਸਾਨੂੰ ਕਿਉਂ ਹਰ ਵਾਰ ਹੀ ਕੋਈ ਇਹੋ ਜਿਹਾ ਕੰਮ ਕਰਦੇ ਹੋ ਜਿਹਦੇ ਨਾਲ ਤੁਸੀਂ ਪੰਜਾਬ ਦੇ ਇੰਟਰਸਟ ਦੇ ਖਿਲਾਫ ਕੰਮ ਨਾ ਕਰੋ। ਮੈਂ ਅੱਜ ਚੇਅਰਮੈਨ ਸਾਹਿਬ ਦੇ ਜ਼ਰੀਏ ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਕਹੀ ਕਿ ਸਾਰਿਆਂ ਨੂੰ ਪਹਿਲਾ ਮੁੱਦਾ ਹੈ ਜੀ ਕਿ ਇਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਜਿਹਦੇ ਚੋਂ 1800 ਕਰੋੜ ਰੁਪਈਆ ਅਸੀਂ ਜਿਹੜਾ 3% ਟੈਕਸ ਲਾਉਂਦੇ ਸੀ FCI ਨੂੰ ਸਾਡਾ ਝੋਨਾ ਤੇ ਕਣਕ ਖਰੀਦਣ ਦਾ, ਇਹਨਾਂ ਨੇ ਆਪਣੇ ਆਪ ਹੀ ਯਕਮੁਸ਼ਤ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਕਿ ਅਸੀਂ ਅੱਗੇ ਤੋਂ ਰੂਰਲ ਡਿਵੈਲਪਮੈਂਟ ਫੰਡ ਜਿੱਥੇ 3% ਦੇਦੇ 1% ਦਿਆ ਕਰਾਂਗੇ।
ਪੰਜਾਬ ਨੂੰ 1800 ਕਰੋੜ ਰੁਪਈਆ ਜਿਹਦੇ ਚੋਂ ਆਉਂਦਾ ਸੀ ਉਹਦੀ ਜਗ੍ਹਾ ਤੇ ਹੁਣ 600 ਆਇਆ ਕਰੇਗਾ, 1200 ਕਰੋੜ ਰੁਪਈਆ ਉਹ ਘਟ ਗਿਆ। ਫਿਰ ਸਾਡੀ GST ਜਿਹੜੀ ਹਰ ਮਹੀਨੇ ਮੈਂਡੇਟਰੀ ਹੈ ਕਨਸਟੀਟਿਊਸ਼ਨ ਦੇ ਨਾਲ ਕਿ ਹਰ ਮਹੀਨੇ ਸੈਂਟਰ ਦੀ ਸਰਕਾਰ ਨੇ ਸੂਬੇ ਦੀ ਸਰਕਾਰਾਂ ਨੂੰ ਪੈਸੇ ਵਾਪਸ ਕਰਨੇ ਹੁੰਦੇ ਨੇ। 6 ਮਹੀਨੇ ਦੀ ਰਕਮ ਪੰਜਾਬ ਦੀ GST ਦੀ ਰੋਕੀ ਬੈਠੇ ਨੇ 8200 ਕਰੋੜ ਰੁਪਇਆ। ਅਸੀਂ ਪੰਜਾਬ ਦੀ ਗਵਰਨਮੈਂਟ ਨੇ ਜਿਹੜੇ ਆਪਣੇ EMPLOYEES ਨੇ ਉਹਨਾਂ ਨੂੰ 15ਵੀਂ ਪੇ ਕਮਿਸ਼ਨ ਦੇ ਮੁਤਾਬਕ ਉਹਨਾਂ ਨੂੰ ਤਨਖਾਹਾਂ ਦੇਣੀਆਂ ਨੇ, ਪੈਨਸ਼ਨਸ ਦੇਣੀਆਂ ਨੇ। ਉਹ ਸਾਡੇ ਕੋਲ ਪੈਸੇ ਹੋਣਗੇ ਤੇ ਅਸੀਂ ਦੇ ਪਾਵਾਂਗੇ। ਉਹ ਪੈਰਿਟੀ ਮੰਗ ਰਹੇ ਨੇ। ਅਸੀਂ 올ਡ ਏਜ ਪੈਨਸ਼ਨਸ ਦੇਣੀਆਂ ਨੇ, ਬੁਢਾਪਾ ਪੈਨਸ਼ਨਾਂ ਦੇਣੀਆਂ, ਅਸੀਂ ਸ਼ਗਨ ਸਕੀਮਸ ਦੇਣੀਆਂ, ਅਸੀਂ ਆਟਾ ਦਾਲ ਦੀਆਂ ਸਕੀਮਸ ਦੇਣੀਆਂ, ਅਸੀਂ ਆਪਣੇ ਦਲਿਤ ਵੀਰ ਭਰਾਵਾਂ ਵਾਸਤੇ, ਭੈਣਾਂ ਵਾਸਤੇ, ਬੈਕਵਰਡ ਕਲਾਸਿਸ ਵਾਸਤੇ ਜਿਹੜੀਆਂ ਸਕੀਮਸ ਨੇ ਉਹ ਪੈਸੇ ਤੋਂ ਬਿਨਾਂ ਹੱਲ ਨਹੀਂ ਹੋ ਸਕਦੀਆਂ। ਪੈਸਾ ਗਵਰਨਮੈਂਟ ਆਫ ਇੰਡੀਆ ਨੇ ਰੋਕ ਲਿਆ। ਸੂਬੇ ਦੀ ਬਾਕੀ ਆਮਦਨ ਜਿਹੜੀ ਉਹ ਘਟ ਚੁੱਕੀ ਹੈ। ਬਹੁਜਨ ਸਮਾਜ ਨੂੰ ਸਿਆਸੀ ਤੌਰ ਤੇ ਉੱਤੇ ਮਜ਼ਬੂਤ ਕਰਨ ਵਾਲਿਆਂ ਦੀ ਜੇਕਰ ਨਾਮ ਉੱਠਦਾ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਕਾਸ਼ੀ ਰਾਮ ਹੋਣਾ ਦਾ। ਕਾਸ਼ੀ ਰਾਮ ਹੋਣਾ ਤੇ ਆਪਣੇ ਜੱਤੀ ਪਿੰਡ ਦੇ ਵਿੱਚ ਉਹਨਾਂ ਦੀ ਕੋਈ ਯਾਦਗਾਰ ਨਹੀਂ ਸੀ, ਨਾ ਹੀ ਉਹਨਾਂ ਦੇ ਨਾਮ ਤੇ ਕੋਈ ਲਾਇਬ੍ਰੇਰੀ, ਨਾ ਪਾਰਕ ਤੇ ਨਾ ਹੀ ਉਹਨਾਂ ਦਾ ਉੱਥੇ ਬੁੱਤ ਸੀ। ਇਸ ਕੰਮ ਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਗਿਆ ਹੈ ਤੇ ਕਾਸ਼ੀ ਰਾਮ ਹੋਣਾ ਦੇ ਆਪਣੇ ਜੱਤੀ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਖੂਬਸੂਰਤ ਬੁੱਤ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਕਾਸ਼ੀ ਰਾਮ ਹੋਣਾ ਨੂੰ ਯਾਦ ਕਰਦਿਆਂ ਇਸ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜੋ ਕੰਮ ਉਹਨਾਂ ਦੇ ਨਾਮ ਦੇ ਉੱਤੇ ਚੱਲਣ ਵਾਲੀਆਂ ਪਾਰਟੀਆਂ ਨਹੀਂ ਕਰ ਸਕੀਆਂ ਉਹ ਜਿਹਾ ਕੰਮ ਆਮ ਆਦਮੀ ਪਾर्टी ने कर विखाया। कि कुछ कह रहे हैं हरपाल सिंह चीमा, सुनते हैं। अभी लगभग 4-5 महीने पहले मैं मानवर कांसराम साहब के गांव आया था और यहाँ के मैंने देखा कि यहाँ उनकी पहचान की कोई भी चीज़ नहीं है। बाहर से पता नहीं लगता कि ये मानवर कांसराम साहब का गांव है। तो तभी हमने यहाँ के सरपंच जी से बात की, मानवर कांसराम साहब के भाई भतीजों से बात की, गाँव के लोगों से बात की कि उन्होंने पूरे देश के अंदर बहुजन समाज में राजनीतिक चेतना जगाने का काम किया, उनको हुक्मरान बनने का सपना दिखाया, बल्कि उसको साकार भी किया। तो उनके नाम पे कुछ तो होना चाहिए उनके गांव में, उनका पैतृक गांव है। तो उनके सरपंच जी ने गांव के मुझे वादा किया कि हम आपको एक जगह देते हैं, आप लोग यहाँ उनकी मूर्ति लगाइए। तो तुरंत मिशन जय भीम जो एक सामाजिक संगठन है जो बाबा साहेब के रास्ते पर चल रहा है, उसने तय किया कि हम यहाँ मूर्ति लगाएंगे और तुरंत जयपुर से मूर्ति बनवाकर आज वो मूर्ति यहाँ इंस्टॉल हुई है और उसका इनॉग्रेशन हम लोगों ने किया है। तो मैं सबको इसके लिए बधाई देता हूँ, गांव के लोगों को बधाई देता हूँ, सरपंच जी को भी धन्यवाद करता हूँ, हमारे आम आदमी पार्टी के लीडर ऑफ ओपोजिशन और सारे MLAs हैं उनको भी मैं धन्यवाद करता हूँ आने के लिए, और साथ ही साथ गांव के लोगों को भी मैं धन्यवाद करता हूँ। 4 साल पूरे हो चुके ने, 5ਵਾਂ ਬਜਟ ਜਿਹੜਾ ਹੈਗਾ ਉਹ ਹੁਣੀ ਪੇਸ਼ ਕੀਤਾ ਗਾ ਮਨਪ੍ਰੀਤ ਸਿੰਘ ਬਾਦਲ ਨੇ। ਪੰਜਾਬ ਦੇ ਬੱਚੇ ਨੂੰ ਪਤਾ ਗਾ ਕਿ ਕੈਪਟਨ ਸਾਹਿਬ ਦਾ ਵਾਅਦਾ ਸੀਗਾ 2017 ਦਾ कि घर घर रोजगार मिलूगा, घर घर नौकरी मिलूगी। कैप्टन साहब बुरी तरह फेल ने, बुरी तरह फ्लाप होए ने। कैप्टन साहब का वादा सीगा कि पंजाब के किसान की मुकम्मल कर्जा माफ़ी होगी, पूरा किसान का कर्जा माफ़ होगा, चाहे वो प्राइवेट बैंकों का, चाहे सहकारी बैंकों का, चाहे सरकारी बैंकों का, चाहे आड़तियों का। बस लेकिन वो कोई माफ़ नहीं, निगुणा का कर्जा माफ़ किया गया। कैप्टन साहब ने वादा किया 2500 रुपये पेंशन देने का, 2500 रुपये रोजगार पत्ते का, एक भी वादा कैप्टन साहब का पूरा नहीं होया। कैप्टन साहब ने वादा किया कि मैं पंजाब में माफिया राज का खात्मा करूँगा, पंजाब शराब की कारपोरेशन बनावांगे, पंजाब च रेते की कारपोरेशन बनावांगे, कोई वादा पूरा नहीं होया। हैरान होवोगे तुसीं कि 1992 तो जो सरकारां हुण तक बणियां ने गईयां, 1992 तक पंजाब ते सिर्फ 9000 करोड़ का कर्जा सीगा, जिहदे विचों 6000 करोड़ का कर्जा गवर्नमेंट ऑफ इंडिया ने माफ़ करता सी, बेवाफ करता सीगा। 3000 करोड़ का कर्जा रह गया सीगा, जिहड़ा कि वध के हुण 3.25 लाख करोड़ हो गया, 3.25 लाख करोड़ हो गया। पिछले बजट सैशन के जो चौथा बजट सैशन पेश होया सीगा ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ 2,48,000 रुपया कोट किया सीगा कि पंजाब ते कर्जा गा, जिहड़ा हुण कीता गा ਉਹਦੇ 2,73,703 ਦਾ ਕੀਤਾ ਗਾ। ਇੱਕ ਪਾਸੇ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲੈ ਰਹੀ ਆ, ਲਗਾਤਾਰ ਕਰਜ਼ਾ ਵਧ ਰਿਹਾ, ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਟੈਕਸ ਲਾ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਕੀ ਮਿਲ ਰਿਹਾ, ਕਿ ਪੰਜਾਬ ਦੇ ਸਕੂਲਾਂ 'ਚ ਅਧਿਆਪਕ ਪੂਰੇ ਹੋ ਗਏ, कि पंजाब के स्कूलों सरकारी जी एजुकेशन अच्छी होगी, कि पंजाब के हस्पतालों के जी मुफ्त इलाज हो गया, कि पंजाब में जी मुफ्त पढ़ाई होगी, यूनिवर्सिटियां बंद होने के किनारे देंगी, पंजाब से कर्जा चढ़ रहा, पंजाब के लोगों टैक्स लै रहे हैं। मैं समझदा पंजाब नूं लुट्टण दा काम कांग्रेसी, पंजाब लुट्टण दा काम कैप्टन साहब खुद कर रहे हैं। उधर श्रोमणी गुरुद्वारा प्रबंधक कमेटी की प्रधान बीबी जगीर कौर के वलों भी 400 साला समागमां नूं मुख रखदिआं नगर कीर्तनां की लड़ी की शुरुआत होने का ऐलान किया गया है। इस संबंध में बीबी जगीर कौर ने खास बैठक भी की है, आने वाले दिनों के प्रबंधों को लैके भी उन्होंने टिप्पणी की है। कि कुछ कह रहे हैं बीबी जगीर कौर, सुनते हैं। उन्हों की शताब्दी जी है
ਵੱਡੇ ਲੈਵਲ ਦੇ ਉੱਤੇ ਜਿੱਥੇ ਬਣਾਈ ਜਾਣੀ ਹੈ, ਇੱਥੇ 1 ਮਈ ਨੂੰ ਲਗਾਤਾਰ 28 29 30 1 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਹੋਇਆ ਸੀ, ਇੱਥੇ ਸਮਾਗਮ ਕੀਤਾ ਜਾਣਾ। ਉਹ ਸਾਰੇ ਦਾ ਪਹਿਲਾਂ ਪ੍ਰਚਾਰ ਕਰਨ ਵਾਸਤੇ, ਸੰਗਤਾਂ ਨੂੰ ਸੁਨੇਹਾ ਦੇਣ ਵਾਸਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਉਹਨਾਂ ਨੇ ਜ਼ਿਆਦਾ ਸਮਾਂ ਗੁਜ਼ਾਰੇ ਹੈ, ਜਿੱਥੇ ਇਤਿਹਾਸਕ ਉਹਨਾਂ ਦੇ ਸਥਾਨ ਹੈ, ਉੱਥੇ ਕੀਤੇ ਜਾ ਰਹੇ। 16 17 18 ਮਾਰਚ ਨੂੰ ਬਹੁਤ ਵੱਡੇ ਸਮਾਗਮ, ਤਕਰੀਬਨ 5000 ਤੋਂ ਵੱਧ ਕੱਲ੍ਹ ਨੂੰ ਪਾਠ ਬੋਧ ਸਮਾਗਮ, ਸਹਿਜ ਪਾਠ ਦੇ ਸਮਾਗਮ, ਪਾਠਾਂ ਦੇ ਭੋਗ ਪੈਣਗੇ ਪਹਿਲਾਂ, ਫਿਰ ਗੁਰਮਤਿ ਸਮਾਗਮ ਹੋਏਗਾ। ਰਾਗੀ ਢਾਡੀ ਪ੍ਰਚਾਰਕ ਉੱਥੇ ਪ੍ਰਚਾਰ ਕਰਨਗੇ। 17 ਤਰੀਕ ਨੂੰ ਮਾਤਾ ਗੁਜਰੀ ਜੀ ਦੇ ਨਾਂ ਦੇ ਉੱਤੇ ਉੱਥੇ ਸੰਮੇਲਨ ਕੀਤਾ ਜਾ ਰਿਹਾ। ਇਸਤਰੀ ਸੰਮੇਲਨ, ਉਹ ਵੀ ਇੱਕ ਮਿਸਾਲ ਹੋਏਗੀ। ਵੱਡੀ ਗਿਣਤੀ 'ਚ ਉੱਥੇ ਬੀਬੀਆਂ ਪਹੁੰਚ ਰਹੀਆਂ, ਔਰ ਗੁਰੂ ਕੇ ਮਹਿਲਾਂ ਦਾ, ਗੁਰੂ ਘਰ ਵਿੱਚ ਸਿੱਖ ਕੌਮ ਦੇ ਵਿੱਚ ਕੋਈ ਕੁਰਬਾਨੀਆਂ, ਜੋ ਸ਼ਹਾਦਤਾਂ, ਜੋ ਇਤਿਹਾਸ ਵਿੱਚ ਹਿੱਸਾ ਪਾਇਆ ਸਿੱਖ ਬੀਬੀਆਂ ਨੇ, ਉਹਨਾਂ ਦਾ ਰੋਲ ਜਿਹੜਾ ਉੱਥੇ ਦੁਹਰਾਇਆ ਜਾਏਗਾ। 18 ਤਰੀਕ ਨੂੰ ਵੱਡਾ ਗੁਰਮਤਿ ਸਮਾਗਮ ਹੈ, ਜਿੱਥੇ ਬੇਸ਼ੁਮਾਰ ਸੰਗਤਾਂ ਉੱਥੇ ਪਹੁੰਚਣਗੀਆਂ। ਇਸੇ ਤਰ੍ਹਾਂ 24 25 26 27 28 29 ਉਹ ਅਨੰਦਪੁਰ ਸਾਹਿਬ ਵਿਖੇ ਇਸੇ ਤਰ੍ਹਾਂ ਦੇ ਸਮਾਗਮ ਰਚੇਗੇ। ਇਸੇ ਤਰ੍ਹਾਂ ਕਿ ਤਖਤ ਸ੍ਰੀ ਦਮਦਮਾ ਸਾਹਿਬ। ਸੋ 4 5 ਦਿਨ ਦੇ ਪ੍ਰੋਗਰਾਮ ਜਿਹੜੇ ਹੈ ਇੰਨੇ ਲਾਰਜ ਸਕੇਲ ਤੇ ਉਲੀਕੇ ਗਏ ਹੈ। ਵਾਹਿਗੁਰੂ ਕਿਰਪਾ ਕਰੇ ਕਿ ਇਹ ਸਮਾਗਮਾਂ ਦੇ ਨਾਲ ਘਰ ਘਰ ਅੰਦਰ ਧਰਮਸਾਰ ਹੋਵੇ, ਕੀਰਤਨ ਸਦਾ ਵਸੋਆ। ਸਾਰੇ ਘਰਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਸੁਨੇਹਾ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਬਾਣੀ ਬਾਰ-ਬਾਰ ਦੁਹਰਾਈ ਜਾਏਗੀ। ਔਰ ਨਾਲ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂਬਰਾਂ ਨੇ ਮੰਗ ਕੇ ਕਿਹਾ ਕਿ ਸਾਰੇ ਹਲਕਿਆਂ ਦੇ ਵਿੱਚ ਇੱਕ ਵੱਡਾ ਗੁਰਮਤਿ ਸਮਾਗਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੀ ਇਹਨਾਂ ਹੀ ਫਿਲਮ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।